ਮਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ, ਸਤਨਾਮ ਵਾਹਿਗੁਰੂ। ਸਾਹਿਬ ਜੀਓ ਨਟ ਮਹਿਲਾ ਚੌਥਾ। ਰਾਮ ਹਮ ਪਾਥਰ ਨਿਰਗੁਣਿਆਰੇ, ਕਿਰਪਾ ਕਿਰਪਾ ਕਰ ਗੁਰੂ ਮਿਲਾਏ। ਹਮ ਪਾਹਨ ਸ਼ਬਦ ਗੁਰ ਤਾਰੇ, ਰਹਾਉ। ਸਤਿਗੁਰ ਨਾਮ ਦ੍ਰਿੜਾਏ ਅਤ ਮੀਠਾ, ਮੈਲਾ ਗਰ ਮਲ ਗਾਰੇ। ਨਾਮੈ ਸੁਰਤ ਵਜੀਐ ਦਹਿ ਦਿਸ, ਹਰ ਮੁਸ਼ਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰ ਨੀਕੇ ਬਚਨ ਸਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਤਿਸ ਮਿਲਿਐ ਸੰਕਿ ਉਤਾਰੇ। ਸਤਿਗੁਰ ਮਿਲਿਐ ਪਰਮ ਪਦ ਪਾਇਆ, ਹਉ ਸਤਿਗੁਰ ਕੈ ਬਲਿਹਾਰੇ। ਸਤਿਗੁਰ ਮਿਲਿਐ ਪਰਮ ਪਦ ਪਾਇਆ, ਹਉ ਸਤਿਗੁਰ ਕੈ ਬਲਿਹਾਰੇ। ਜੁਗੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਪਾਵਨ ਬਾਣੀ ਦੀ ਕਥਾ ਵਿਚਾਰ ਵਿੱਚੋਂ ਰਾਗ ਨਟ ਨਰਾਇਣ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਆਪ ਜੀ ਨੇ ਪਾਠ ਰੂਪ ਦੇ ਵਿੱਚ ਸ਼ਰਵਣ ਕੀਤਾ ਹੈ। ਸ਼ਬਦ ਦੇ 8 ਬੰਦ ਨੇ ਸਮੇਂ ਦੀ ਮਜਬੂਰੀ ਨੂੰ ਨੇੜਤਾ ਨੂੰ ਦੇਖਦਿਆਂ ਹੋਇਆਂ 3 ਬੰਦਾਂ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਆਓ ਇਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਸਾਨੂੰ ਜਾਚ ਸਿਖਾ ਰਹੇ ਹਨ ਵੀ ਜੇ ਕਿਤੇ ਜੀਵਨ ਦੇ ਵਿੱਚ ਅਵਗੁਣ ਭਰ ਜਾਣ, ਹਿਰਦਾ ਰੱਬੀ ਗੁਣਾਂ ਤੋਂ ਸਖਣਾ ਹੋਵੇ
ਨਾਮ ਨਾਲੋਂ ਟੁੱਟਿਆ ਹੋਇਆ ਜੀਵ ਹੋਵੇ ਤੇ ਉਹਨੇ ਕਿਵੇਂ ਮਾਲਕ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ, ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਅਰਦਾਸ ਕਰਨੀ ਹੈ। ਤੇ ਸਤਿਗੁਰ ਜੀ ਬਖਸ਼ਿਸ਼ ਕਰਦੇ ਹੋਏ ਕਹਿ ਰਹੇ ਨੇ, RAM ਹਮ ਪਾਥਰ ਨਿਰਗੁਨਿਆਰੇ। ਹੇ ਮੇਰੇ RAM, ਵਾਹਿਗੁਰੂ ਜੀ, ਅਸੀਂ ਜੀਵ ਪੱਥਰ ਦਿਲ ਹਾਂ, ਨਿਰਦਈ ਹਾਂ, ਗੁਣਾਂ ਤੋਂ ਸਖਣੇ ਆ, ਗੁਣ ਸਾਡੇ ਅੰਦਰ ਕੋਈ ਨਹੀਂ। RAM ਹਮ ਪਾਥਰ ਨਿਰਗੁਨਿਆਰੇ, ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ ਸ਼ਬਦ ਗੁਰ ਤਾਰੇ। ਕਿਰਪਾ ਕਰ ਸਾਨੂੰ ਗੁਰੂ ਨਾਲ ਜੋੜ, ਗੁਰੂ ਨਾਲ ਮਿਲਾਪ ਸਾਡਾ ਕਰਾ, ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਇਸ ਭਵਜਲ ਸਾਗਰ ਦੇ ਵਿੱਚੋਂ ਪਾਰ ਲੰਘਾ। ਇਹ ਅਰਦਾਸ ਇਸ ਰਹਾਉ ਦੇ ਪਾਵਨ ਪਵਿੱਤਰ ਬੰਦ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਜੀਵਾਂ ਦੇ ਵਾਸਤੇ ਕਰ ਰਹੇ ਨੇ, ਆਪਣੇ ਆਪ ਨੂੰ ਵਿੱਚ ਸੰਬੋਧਨ ਕਰਦਿਆਂ ਰੱਖਦਿਆਂ ਹੋਇਆਂ। ਪੱਥਰ ਸ਼ਬਦ ਆਇਆ ਹੈ, ਪੱਥਰ ਦਾ ਅਰਥ ਹੁੰਦਾ ਹੈ ਕਠੋਰ, ਤੇ ਉਸ ਬੰਦੇ ਨੂੰ ਕਠੋਰ ਆਖਿਆ ਜਾਂਦਾ ਹੈ ਜਿਹਦੇ ਅੰਦਰ ਦਇਆ ਨਹੀਂ ਹੁੰਦੀ। ਭਾਵ ਜਿਹਦੇ ਅੰਦਰ ਦਇਆ ਨਹੀਂ ਹੁੰਦੀ ਉਹਨੂੰ ਨਿਰਦਈ ਆਖਿਆ ਜਾਂਦਾ ਹੈ। ਨਿਰਦਈ ਸ਼ਬਦ ਜਿੰਨਾ ਪੜ੍ਹਨ ਵਿੱਚ ਸੌਖਾ ਹੈ, ਜਿੰਨਾ ਸਰਲ ਜਾਪਦਾ ਹੈ, ਜਿਸ ਬੰਦੇ ਵਿੱਚ ਨਿਰਦੈਤਾ ਹੋਵੇ ਉਹਦਾ ਜੀਵਨ ਉਤਨਾ ਹੀ ਖਤਰਨਾਕ, ਉਤਨਾ ਹੀ ਭਿਆਨਕ ਹੁੰਦਾ ਹੈ। ਜਿਤਨਾ ਹੀ ਸ਼ਬਦ ਪੜ੍ਹਨ ਵਿੱਚ ਸੌਖਾ ਹੈ ਨਾ, ਉਨਾ ਹੀ ਇਹਦੇ ਪਿੱਛੇ ਦਾ ਜਿਹੜਾ ਜੀਵਨ ਹੈ ਬੜਾ ਭਿਆਨਕ ਹੈ, ਬੜਾ ਖਤਰਨਾਕ ਹੈ। ਇੱਕ ਦਇਆ ਹੈ ਤੇ ਇੱਕ ਨਿਰਦਇਆ ਹੈ। ਦਇਆ ਤਰਸ ਨਾਲ ਭਰਿਆ ਹੋਇਆ ਹਿਰਦਾ, ਨਿਰਦਇਆ ਕਠੋਰ ਚਿੱਤ, ਤਰਸ ਨਾਮ ਦੀ ਕੋਈ ਚੀਜ਼ ਨਹੀਂ। ਦਇਆ ਤੇ ਨਿਰਦਇਆ ਦੇ ਵਿੱਚ ਫਰਕ ਕੀ ਹੈ? ਦਇਆ ਕਿਸੇ ਦੇ ਹੰਝੂ ਪੂੰਝਦੀ ਹੈ ਤੇ ਨਿਰਦਈ ਬੰਦਾ ਕਿਸੇ ਦੇ ਅਥਰੂ ਲਿਆਉਂਦਾ ਹੈ, ਰਵਾਉਂਦਾ ਹੈ। ਦਇਆ ਕਿਸੇ ਦਾ ਪੇਟ ਭਰਦੀ ਹੈ ਤੇ ਨਿਰਦਈ ਬੰਦਾ ਕਿਸੇ ਦੀ ਰੋਜੀ ਖੋਹਦਾ ਹੈ। ਦਇਆ ਕਿਸੇ ਦਾ ਦੁੱਖ ਹਰਦੀ ਹੈ, ਨਿਰਦਈ ਬੰਦਾ ਕਿਸੇ ਨੂੰ ਦੁੱਖ ਦੇ ਕੇ ਖੁਸ਼ ਹੁੰਦਾ ਹੈ। ਦਇਆ ਕਿਸੇ ਨੂੰ ਜੀਵਨ ਦਿੰਦੀ ਹੈ, ਨਿਰਦਈ ਬੰਦਾ ਕਿਸੇ ਦਾ ਜੀਵਨ ਖੋਹਦਾ ਹੈ। ਦਇਆ ਕਿਸੇ ਦੀ ਇੱਜ਼ਤ ਪੱਤ ਆਬਰੂ ਢੱਕਦੀ ਹੈ ਤੇ ਨਿਰਦਈ ਬੰਦਾ ਕਿਸੇ ਦੀ ਇੱਜ਼ਤ ਪੱਤ ਆਬਰੂ ਖੋਹ ਲੈਂਦਾ ਹੈ। ਇੰਨਾ ਫਰਕ ਹੈ, ਇਹਨੂੰ ਬੰਦ ਹੀ ਰਹਿਣ ਦਿਓ ਜੀ, ਇਹਦੀ ਆਵਾਜ਼ ਬਹੁਤ ਜ਼ਿਆਦਾ ਹੈ। ਇੰਨਾ ਕੁ ਫਰਕ ਹੈ ਦਇਆ ਅਤੇ ਨਿਰਦਇਆ ਦੇ ਵਿੱਚ। ਤੇ ਜਦੋਂ ਦਇਆ ਜੀਵਨ ਦੇ ਵਿੱਚ ਨਾ ਹੋਵੇ, ਤਰਸ ਜੀਵਨ ਦੇ ਵਿੱਚ ਨਾ ਹੋਵੇ, ਤੇ ਮਨੁੱਖ ਕਿਸੇ ਦੇ ਵਗਦੇ ਹੋਏ ਅਥਰੂਆਂ ਦੀ ਪਰਵਾਹ ਨਹੀਂ ਕਰਦਾ, ਕਠੋਰ ਹੈ। ਮਨੁੱਖ ਕਿਸੇ ਦੀ ਮਾਸੂਮੀਅਤ ਦੇ ਉੱਤੇ ਵੀ ਤਰਸ ਨਹੀਂ ਖਾਂਦਾ, ਨਾ ਬਿਰਧ ਅਵਸਥਾ ਦੇ ਉੱਤੇ ਤਰਸ ਖਾਂਦਾ ਹੈ। ਵੇਖੋ ਕੀ ਵਿਗਾੜਿਆ ਸੀ ਗੁਰੂ ਕੇ ਸਾਹਿਬਜ਼ਾਦਿਆਂ, ਮਾਸੂਮ ਨੇ, ਜਿਨ੍ਹਾਂ ਦੇ ਚਿਹਰੇ ਨੂੰ ਵੇਖ ਕੇ ਦੂਰੋਂ ਹੀ ਹਿਰਦਾ ਤਰਸ ਨਾਲ ਭਰ ਜਾਂਦਾ ਹੈ, ਦਇਆ ਨਾਲ ਭਰ ਜਾਂਦਾ ਹੈ। ਇੰਨੇ ਇੰਨੇ ਮਾਸੂਮ ਬੱਚੇ। ਮਾਤਾ ਗੁਜਰ ਕੌਰ ਖੁਦ ਦਇਆ ਦੀ ਮੂਰਤ। ਉਸ ਬੁੱਢੜੀ ਮਾਂ ਨੇ ਕੀ ਵਿਗਾੜਿਆ ਸੀ ਉਸ ਵਕਤ ਦੀ ਹਕੂਮਤ ਦਾ, ਉਸ ਵਕਤ ਦੇ ਵਿਰੋਧੀਆਂ ਦਾ? ਕੁਝ ਵਿਗਾੜਿਆ ਸੀ। ਸਗੋਂ ਜਿਹੜੇ ਬੇਦਰਦ ਤੇ ਨਿਰਦਈ ਲੋਕ ਇਹਨਾਂ ਮਾਸੂਮ ਬੱਚਿਆਂ ਨੂੰ ਪਕੜਾਨ ਤੇ ਇਹਨਾਂ ਮਾਸੂਮ ਬੱਚਿਆਂ ਨੂੰ ਕਸ਼ਟ
ਦੇਣ ਵਾਸਤੇ ਬੜੇ ਉਤਾਵਲੇ ਸਨ ਤੇ ਵੱਡੀ ਤੋਂ ਵੱਡੀ ਭਾਰੀ ਤੋਂ ਭਾਰੀ ਸਜ਼ਾ ਦਿਵਾਉਣ ਦੇ ਹੱਕਦਾਰ ਸਨ ਸੁੱਚਾ ਆਨੰਦ ਵਰਗੇ ਜਾਂ ਗੰਗੂ ਬ੍ਰਾਹਮਣ ਵਰਗੇ। ਇਹਨਾਂ ਦੀਆਂ ਬੋਲੀਆਂ, ਇਹਨਾਂ ਦੀ ਸੰਸਕ੍ਰਿਤੀ, ਇਹਨਾਂ ਦਾ ਧਰਮ, ਉਸ ਮਾਂ ਗੁਜਰੀ ਨੇ ਆਪਣਾ ਸੁਹਾਗ ਉਹਦਾ ਸਿਰ ਝੋਲੀ ਵਿੱਚ ਪਵਾ ਕਰਕੇ ਸ਼ਹੀਦ ਕਰਵਾ ਕਰਕੇ ਬਚਾਈਆਂ ਸਨ। ਉਹ ਦਇਆ ਦੀ ਮੂਰਤ ਮਾਂ, ਉਸ ਮਾਂ ਨੂੰ ਜਦੋਂ ਗੁਰੂ ਨੇ ਆਖਿਆ ਨਾ ਵੀ ਇਹ ਪੰਡਤ, ਇਹ ਬ੍ਰਾਹਮਣ ਇੱਕ ਕਸ਼ਮੀਰ ਦੀ ਧਰਤੀ ਤੋਂ ਚੱਲ ਕੇ ਫਰਿਆਦੀ ਬਣ ਕੇ ਸਾਡੇ ਕੋਲ ਆਏ ਨੇ, ਆਪਣੀ ਸੰਸਕ੍ਰਿਤੀ, ਆਪਣੇ ਧਰਮ, ਆਪਣੀ ਇਸ ਵਿਰਾਸਤ ਨੂੰ ਬਚਾਉਣ ਦੇ ਵਾਸਤੇ, ਤੇ ਬਿਨਾਂ ਸੀਸ ਦਿੱਤਿਆਂ ਤੋਂ ਇਹਨਾਂ ਦੀ ਸੰਸਕ੍ਰਿਤੀ, ਇਹਨਾਂ ਦਾ ਧਰਮ, ਇਹਨਾਂ ਦੀ ਵਿਰਾਸਤ ਨਹੀਂ ਬਚ ਸਕਦੀ। ਤੇ ਅਸੀਂ ਸੀਸ ਦੇਣ ਵਾਸਤੇ ਹਾਂ ਕਰ ਦਿੱਤੀ ਹੈ। ਗੁਜਰੀਏ, ਸਾਡੇ ਜਾਣ ਤੋਂ ਬਾਅਦ ਵਿੱਚ ਔਂਕੜਾਂ ਦਾ, ਵਿਪਤਾਵਾਂ ਦਾ ਸਾਹਮਣਾ ਕਰ ਲਵੇਂਗੀ। ਬਾਲਕ ਗੋਬਿੰਦ ਰਾਏ ਅਜੇ 9 ਸਾਲ ਦੀ ਅਰਬਲਾ ਦੇ ਨੇ, ਬਚਪਨਾ ਹੈ। ਤੂੰ ਵਿਧਵਾ ਹੋ ਜਾਏਂਗੀ। ਤੇ ਮਾਤਾ ਗੁਜਰ ਕੌਰ ਜੀ ਪਤਾ ਕੀ ਕਹਿੰਦੇ ਨੇ, ਜੇ ਮੇਰੀ ਵਿਧਵਾ ਹੋਣ ਦੇ ਨਾਲ ਹਿੰਦੁਸਤਾਨ ਦੀਆਂ ਲੱਖਾਂ ਮਾਤਾਵਾਂ ਭੈਣਾਂ ਦੇ ਸੁਹਾਗ ਅਗਰ ਬਚ ਸਕਦੇ ਨੇ, ਸੰਸਕ੍ਰਿਤੀ ਕਿਸੇ ਦੀ ਬਚ ਸਕਦੀ ਹੈ, ਤੇ ਮੈਂ ਵਿਧਵਾ ਹੋਣ ਵਾਸਤੇ ਤਿਆਰ ਹਾਂ। ਐਸੀ ਦਇਆ ਦੀ ਮੂਰਤ ਵੇਖੋ। ਦਇਆ ਆਪਣਾ ਘਰ ਦੂਜਿਆਂ ਵਾਸਤੇ ਲੁਟਾ ਦਿੰਦੀ ਹੈ, ਆਪਣਾ ਸੁਹਾਗ ਦੂਜਿਆਂ ਦੇ ਲੇਖੇ ਲਾ ਦਿੰਦੀ ਹੈ। ਤੇ ਜਿਹੜੇ ਨਿਰਦਈ ਨੇ ਉਹ ਦੂਜਿਆਂ ਦਾ ਸਭ ਕੁਝ ਖੋਹ ਲੈਂਦੇ ਨੇ। ਇਹਦੇ ਬੱਚੇ ਵੀ ਖੋਹ ਲੋ, ਇਹਦੇ ਪੋਤਰੇ ਵੀ ਖੋਹ ਲੋ, ਇਹਦੀ ਆਪਣੀ ਜ਼ਿੰਦਗੀ ਵੀ ਖੋਹ ਲੋ, ਉਹਨਾਂ ਨਿਰਦਈ ਬੰਦਿਆਂ ਨੇ ਖੋਈ ਹੈ। ਉਹ ਮਾਸੂਮ ਬੱਚੇ, ਪਹਿਲੀ ਤੇ ਨਿਰਦੈਤਾ ਵਿਖਾਈ ਗੰਗੂ ਨੇ, ਉਹਨਾਂ ਦੇ ਨਾਲ ਦਇਆ ਵੀ ਦਿਖਾਈ। ਮੋਤੀ ਮਹਿਰੇ ਨੇ ਦਇਆ ਦਿਖਾਈ, ਤਰਸ ਆਇਆ ਮੋਤੀ ਮਹਿਰੇ ਨੂੰ। ਉਸ ਤੋਂ ਪਹਿਲਾਂ ਕੰਮੋ ਮਾਸ਼ਕੀ, ਜਿਹੜਾ ਬਹੁਤ ਅੱਤ ਦਾ ਗਰੀਬ ਹੈ, ਮੈਂ ਕਹਿੰਨਾ ਦੀਵਾਨ ਸੁੱਚਾ ਆਨੰਦ ਵਰਗਿਆਂ ਦੇ ਨਾਲੋਂ ਤੇ ਗੰਗੂ ਦੇ ਨਾਲੋਂ ਕਿਤੇ ਉਹ ਚੰਗਾ ਹੈ। ਉਹਨੇ ਤਰਸ ਖਾਦਾ, ਉਹਨੇ ਦਇਆ ਵਿਖਾਈ। ਇੱਕ ਰਾਤ ਸੇਵਾ ਕਰਕੇ ਮਾਤਾ ਗੁਜਰ ਕੌਰ ਜੀ ਦੀ ਤੇ ਬੱਚਿਆਂ ਦੀ ਆਪਣੀ ਝੁੱਗੀ ਦੇ ਵਿੱਚ ਇੱਕ ਰਾਤ ਪਨਾਹ ਦਿੱਤੀ। ਰੁੱਖਾ ਮਿੱਸਾ ਭੋਜਨ ਛਕਾਇਆ, ਉਹਨੇ ਦਇਆ ਦਿਖਾਈ। ਪਰ ਇਹਨਾਂ ਨਿਰਦਈ ਲੋਕਾਂ ਨੇ, ਗੰਗੂ ਵਰਗਿਆਂ ਨੇ ਪਕੜਾਇਆ, ਸੁੱਚਾ ਆਨੰਦ ਵਰਗਿਆਂ ਨੇ ਕੋਈ ਕਸਰ ਨਹੀਂ ਛੱਡੀ ਵੀ ਇਹ ਬੱਚੇ ਬਚ ਜਾਣ। ਅਖੇ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ। ਜੇ ਹੁਣੇ ਇਹਨਾਂ ਦੀਆਂ ਸਰੀਆਂ ਨੂੰ ਨਾ ਫੇਆ ਤੇ ਵੱਡੇ ਹੋ ਕੇ ਡੰਗ ਮਾਰਨਗੇ। ਇਹ ਸੁੱਚਾ ਆਨੰਦ ਦੇ ਬੋਲ ਸਨ। ਗੁਰੂ ਨੂੰ ਸੱਪ ਕਿਹਾ ਉਸ ਨਿਰਦਈ ਬੰਦੇ ਨੇ, ਜਿਹਦੀ ਬੋਦੀ ਨੂੰ, ਜਿਹਦੀ ਸੰਸਕ੍ਰਿਤੀ ਨੂੰ, ਜਿਹਦੇ ਧਰਮ ਨੂੰ ਬਚਾਉਣ ਵਾਸਤੇ ਕਲਗੀਆਂ ਵਾਲਾ 9 ਸਾਲਾਂ ਦੀ ਉਮਰ ਦੇ ਵਿੱਚ ਆਪਣਾ ਪਿਤਾ ਤੋਰਦਾ ਹੈ। ਉਹ ਨਿਰਦਈ ਬੰਦਾ ਇਹਨਾਂ ਬੱਚਿਆਂ ਨੂੰ ਸੱਪ ਦੇ ਬੱਚੇ, ਸਪੋਲੀਏ ਕਹਿ ਰਿਹਾ ਹੈ। ਤੇ ਇਹਨਾਂ ਬੱਚਿਆਂ ਨੂੰ ਇਹਨਾਂ ਨਿਰਦਈ ਲੋਕਾਂ ਨੇ ਮਾਤਾ ਗੁਜਰ ਕੌਰ ਬੁੱਢੜੀ ਮਾਤਾ ਨੂੰ 3 ਦਿਨ ਠੰਡੇ ਬੁਰਜ ਦੇ ਵਿੱਚ ਕਹਿਰਾਂ ਭਰੀ ਸਰਦੀ ਵਿੱਚ ਰੱਖਿਆ, ਕਿਉਂਕਿ ਨਿਰਦਈ ਸਨ ਸਾਰੇ ਦੇ ਸਾਰੇ। ਤਰਸ ਆਇਆ, ਦਇਆ ਆਈ। ਮੋਤੀ ਰਾਮ ਮਹਿਰਾ, ਜਿਹੜਾ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕਰਕੇ, ਸਿਪਾਹੀਆਂ ਨੂੰ ਲਾਲਚ ਦੇ ਕਰਕੇ ਰੋਜ਼ਾਨਾ ਆਪਣੇ ਘਰ ਦੇ ਵਿੱਚੋਂ ਦੁੱਧ ਲਿਆਉਂਦਾ ਸੀ। 3 ਦਿਨ 3 ਰਾਤਾਂ ਉਹ ਦੁੱਧ ਪਿਆਉਂਦਾ ਰਿਹਾ। ਪਰ ਉਹਦਾ ਦੁੱਧ ਵੀ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਮੰਨਿਆ ਗਿਆ। ਬੜਾ ਵੱਡਾ ਮੁੱਲ ਉਤਾਰਨਾ ਪਿਆ ਉਸ ਨੂੰ। ਆਪਣੇ ਉਸ ਪਿਆਏ ਹੋਏ 4 ਗਲਾਸ ਪਿਆਲੇ ਹੋਣਗੇ,
ਗਲਾਸ ਵੱਡੇ ਸਨ। 4 ਗਲਾਸ ਉਹਨੇ ਮਸਾਂ ਦੁੱਧ ਦੇ ਪਿਆਏ ਹੋਣਗੇ, 5 ਪਿਆਲੇ ਹੋਣਗੇ, ਪਰ ਘਰ ਦੇ 6 ਜੀਆਂ ਦਾ ਖੂਨ ਕੋਲੂ ਵਿੱਚ ਪੀੜ ਕਰਕੇ ਵਗਿਆ ਤੇ ਉਹਨੂੰ ਉਹ ਦੁੱਧ ਕਿੰਨਾ ਮਹਿੰਗਾ ਪਿਆ ਸੀ। ਕਿੰਨੀਆਂ ਬੋਤਲਾਂ ਖੂਨ ਦੀਆਂ ਉਹਦੇ ਜੀਆਂ ਦੇ ਵਿੱਚੋਂ, ਉਹਦੇ ਆਪਣੇ ਸਰੀਰ ਵਿੱਚੋਂ ਵਗੀਆਂ ਹੋਣਗੀਆਂ। ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਹੈ ਜਿਹੜਾ ਮੋਤੀ ਰਾਮ ਮਹਿਰਾ ਨੇ ਪਿਆ, ਪਰ ਦਇਆ ਨਾਲ ਹਿਰਦਾ ਭਰਿਆ ਸੀ, ਤਰਸ ਨਾਲ ਹਿਰਦਾ ਭਰਿਆ ਸੀ। ਗੁਰਮੁਖੋ, ਜਿਹੜੀ ਦਇਆ ਹੈ, ਮੈਂ ਪਹਿਲਾਂ ਬੇਨਤੀ ਕੀਤੀ, ਉਹ ਜੀਵਨ ਦਿੰਦੀ ਹੈ। ਉਹ ਭੁੱਖੇ ਲੋੜਵੰਦ ਦੀ ਮੂੰਹ ਦੇ ਵਿੱਚ ਨਿਵਾਲਾ ਪਾਉਂਦੀ ਹੈ, ਬੁਰਕੀ ਪਾਉਂਦੀ ਹੈ, ਲੋੜਵੰਦ ਦੀ ਲੋੜ ਪੂਰੀ ਕਰਦੀ ਹੈ। ਤੇ ਨਿਰਦਈ ਬੰਦਾ ਕਿਸੇ ਦੀ ਬੁਰਕੀ ਖੋਹਦਾ ਹੈ, ਕਿਸੇ ਦਾ ਨਿਵਾਲਾ ਖੋਹਦਾ ਹੈ, ਕਿਸੇ ਦੀ ਇੱਜ਼ਤ ਖੋਹਦਾ ਹੈ, ਕਿਸੇ ਦੀ ਜਾਨ ਵੀ ਖੋਹ ਲੈਂਦਾ ਹੈ। ਨਿਰਦੈਤਾ ਹੈ। ਹਿਟਲਰ ਵਰਗਾ ਕਿੰਨਾ ਨਿਰਦਈ ਸੀ, 3 ਕਰੋੜ ਬੰਦਿਆਂ ਦਾ ਕਾਤਲ। ਹਲਾਕੂ ਵਰਗਾ, ਚੰਗੇਜ਼ ਖਾਂ ਵਰਗਾ ਲਾਸ਼ਾਂ ਦੇ ਉੱਤੇ ਘੋੜਿਆਂ ਦੀਆਂ ਟਾਪਾਂ ਆਪਣੀਆਂ ਵਗਾਉਂਦਾ ਸੀ, ਹੱਸਦਾ ਸੀ। ਬਸਤੀਆਂ ਨੂੰ ਅੱਗ ਲਾ ਦੇਣੀ, ਵਿੱਚੋਂ ਮੱਚਦੇ ਹੋਏ ਜੀਵ ਉਹਨਾਂ ਨੂੰ ਵੇਖ ਕੇ ਹੱਸਦਾ ਸੀ, ਚੰਗੇਜ਼ ਖਾਂ ਵਰਗਾ। ਇੰਨੇ ਨਿਰਦਈ ਲੋਕ। ਵੇਖੋ, ਗੁਰੂ ਘਰ ਦੇ ਵਿੱਚ ਦਇਆ ਨੂੰ ਬੜੀ ਮਹਾਨਤਾ ਦਿੱਤੀ ਗਈ ਹੈ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ 7 ਵਟ। ਪਹਿਲਾ ਗੁਣ ਹੀ ਦਇਆ ਦਾ ਚੇਤੇ ਕਰਾਇਆ ਗਿਆ। ਵਿਪਰ ਜੀ ਜਦੋਂ ਜਨੇਊ ਪਾਉਣ ਵਾਸਤੇ ਗੁਰੂ ਨਾਨਕ ਨੂੰ ਉਹਨਾਂ ਦੇ ਘਰ ਦੇ ਵਿੱਚ 9 ਸਾਲਾਂ ਦੀ ਉਮਰ ਦੇ ਵਿੱਚ ਆਏ, ਦਇਆ ਦੀ ਕਪਾਹ ਦਾ ਜਨੇਊ ਹੋਵੇ। ਗੁਰੂ ਇਤਨਾ ਦਿਆਲੂ ਹੈ, ਭਾਵੇਂ ਹੱਥ ਵਿੱਚ ਸ਼ਸਤਰ ਹੈ ਗੁਰੂ ਦੇ, ਭਾਵੇਂ ਜੰਗ ਯੁੱਧ ਲੜੇ ਨੇ ਗੁਰੂ ਨੇ, ਪਰ ਦਇਆ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਸਮੋ ਕੇ ਆਪ ਵੀ ਉਹਦੀ ਵਰਤੋਂ ਕੀਤੀ ਤੇ ਸਿੱਖਾਂ ਨੂੰ ਵੀ ਵਰਤੋਂ ਕਰਨ ਦੀ ਜਾਚ ਸਿਖਾਈ। ਜਦੋਂ ਪਹਿੰਦੇ ਖਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ 2 ਹੱਥ ਕਰਦਾ ਤੇ ਗੁਰੂ ਪਾਤਸ਼ਾਹ ਜੀ ਦੇ ਵਾਰ ਦਾ ਸ਼ਿਕਾਰ ਹੋ ਕੇ ਥੱਲੇ ਡਿੱਗਦਾ ਹੈ। ਜਦੋਂ ਥੱਲੇ ਡਿੱਗਦਾ ਹੈ ਨਾ, ਤੇ ਗੁਰੂ ਮਹਾਰਾਜ ਜੀ ਘੋੜੇ ਤੋਂ ਉਤਰ ਕਰਕੇ ਉਹਨੂੰ ਆਪਣੀ ਗੋਦ ਵਿੱਚ ਲੈਂਦੇ ਨੇ। ਜਿਹੜਾ ਦੁਸ਼ਮਣ ਬਣ ਕੇ ਆਇਆ, ਜਿਹੜਾ ਕਸਮ ਖਾ ਕੇ ਆਇਆ ਸੀ ਮੈਂ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਨੂੰ ਅੱਜ ਖਤਮ ਕਰ ਦੇਣਾ ਹੈ, ਮਾਰ ਦੇਣਾ ਹੈ, ਹਰਾ ਦੇਣਾ ਹੈ, ਉਹ ਜਦੋਂ ਥੱਲੇ ਜ਼ਮੀਨ ਤੇ ਭੋਏ ਤੇ ਡਿੱਗਿਆ, ਹਾਏ ਅੱਬਾ ਦੀ ਆਵਾਜ਼ ਮੁਖ ਤੋਂ ਬੋਲਦਾ ਹੈ, ਮੇਰੇ ਦਇਆਲੂ ਪ੍ਰੀਤਮ ਮੀਰੀ ਪੀਰੀ ਦੇ ਮਾਲਕ ਕਹਿੰਦੇ ਪੈਂਦੇ ਖਾਂ, ਇਹ ਵਕਤ ਅੱਬਾ ਨੂੰ ਯਾਦ ਕਰਨ ਦਾ ਨਹੀਂ, ਅੱਲਾ ਨੂੰ ਯਾਦ ਕਰਨ ਦਾ। ਅੱਲਾ ਕਹਿ ਜਾਂਦੀ ਵਾਰੀ ਅੱਲਾ ਕਹਿ ਦੇਗਾ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੀਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੇ ਵਸੈ। ਉਹਨੂੰ ਅੱਲਾ ਦਾ ਜਾਪ ਕਰਵਾ ਕੇ ਜਾਂਦੀ ਹੋਈ ਦੋਜਕ ਦੀ ਅੱਗ ਦੇ ਵਿੱਚੋਂ ਕੱਢ ਲਿਆ। ਇਹ ਹੈ ਦਇਆ ਮੇਰੇ ਸਤਿਗੁਰ ਜੀ ਦੀ। ਦੂਜੇ ਪਾਸੇ ਵੇਖੋ ਦਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜਦੋਂ ਪਤਾ ਲੱਗਾ ਭਾਈ ਕਨ੍ਹਈਆ ਜੀ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਨੇ, ਸ਼ਿਕਾਇਤ ਪਹੁੰਚੀ, ਮੇਰਾ ਦਇਆਲੂ ਪ੍ਰਭੂ ਪੁੱਛਦਾ ਹੈ ਵੀ ਤੁਸੀਂ ਦੁਸ਼ਮਣ ਨੂੰ ਪਾਣੀ ਕਿਉਂ ਪਿਲਾਉਂਦੇ ਨੇ? ਜੰਗ ਦੇ ਮੈਦਾਨ ਵਿੱਚ ਜਿਹੜਾ ਦੁਸ਼ਮਣ ਸਾਨੂੰ ਮਾਰਨ ਵਾਸਤੇ ਆਇਆ, ਹਰਾਉਣ ਵਾਸਤੇ ਆਇਆ, ਉਹਨੂੰ ਡੇਗਣਾ, ਉਹਨੂੰ ਨਿਸਤਨਾ ਬੂਨ ਕਰਨਾ ਹੁੰਦਾ ਹੈ। ਤੁਸੀਂ ਪਾਣੀ ਪਿਲਾ ਕੇ ਫਿਰ ਖੜਾ ਕਰਦੇ ਹੋ। ਕਹਿਣ ਲੱਗੇ ਮੈਨੂੰ ਸਾਰਿਆਂ ਦੇ ਵਿੱਚੋਂ ਤੂੰ ਦਿਸਦਾ ਹੈ, ਮਾਲਕ ਦਿਖਦਾ ਹੈ, ਮੈਨੂੰ ਤੇ ਕੋਈ ਦੁਸ਼ਮਣ ਦਿਖਦਾ ਹੀ ਨਹੀਂ। ਮੈਂ ਤੇ ਉਸ ਮਾਲਕ ਨੂੰ ਪਾਣੀ ਪਿਲਾਉਣਾ ਵਾਂ, ਮੈਂ ਤੇ ਤੁਹਾਨੂੰ ਹੀ ਪਾਣੀ ਪਿਲਾਉਣਾ ਵਾਂ। ਦਇਆ ਦੀ ਮੂਰਤ ਮੇਰੇ ਕਲਗੀਆਂ ਵਾਲੇ ਛਾਤੀ ਨਾਲ ਘੁੱਟ ਕੇ ਲਾ ਕੇ ਕਹਿੰਦੇ ਨੇ, ਫਿਰ ਜੇ ਪਾਣੀ ਪਿਲਾਉਣਾ ਹੈ ਨਾ, ਜੇ ਅਸੀਂ ਦੇਖਦੇ ਹਾਂ, ਰੱਬ ਦੇਖਦਾ ਹੈ, ਤੈਨੂੰ ਦੁਸ਼ਮਣ ਨਜ਼ਰ ਨਹੀਂ ਆਉਂਦਾ, ਫਿਰ ਮਲਮ ਪੱਟੀ ਵੀ ਕਰੀ ਜਾ। ਜਦੋਂ ਸਾਡੇ ਨਾਲ ਧੱਕੇ ਹੋਏ, ਜਦੋਂ 1984 ਦਾ ਕਾਂਡ ਹੋਇਆ,
ਅੱਜ ਮਨ ਕਰਦੇ ਨੇ ਆਪਣੀ ਆਰਮੀ ਤੇ, ਲੋਕ ਦੇਸ਼ ਦੀ ਆਰਮੀ ਤੇ। ਜ਼ਮੀਰ ਵਾਲਾ ਸਿੱਖ ਕਦੇ ਮਾਣ ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ? ਇਸੇ ਆਰਮੀ ਨੇ ਬੜੇ ਡਾਢੇ ਦੁੱਖ ਦਿੱਤੇ ਨੇ, ਬੜੀਆਂ ਤਕਲੀਫਾਂ, ਬੜੀ ਨਿਰਦੈਤਾ ਦਿਖਾਈ ਹੈ। ਨਿਰਦੈਤਾ ਮੈਂ ਅੱਖੀ ਡਿੱਠਾ ਹਾਲ ਕਿਤਾਬ ਸਵੇਰੇ ਪੜ੍ਹੀ, ਸਾਕਾ ਨੀਲਾ ਤਾਰਾ, ਗਿਆਨੀ ਸਿੰਘ ਸਾਹਿਬ ਜਥੇਦਾਰ ਕਿਰਪਾਲ ਸਿੰਘ ਜੀ, ਉਹਨਾਂ ਦੀ ਆਪਣੀ ਲਿਖੀ ਹੋਈ ਕਿਤਾਬ, ਉਸ ਵਕਤ ਉਹ ਜਥੇਦਾਰ ਸਨ। ਅੱਖੀ ਡਿੱਠਾ ਹਾਲ ਉਹਨਾਂ ਨੇ ਸਾਰਾ ਉਹ ਵਰਤਾਂਤ ਉਹਨਾਂ ਨੇ ਲਿਖਿਆ ਕਿਤਾਬ ਦੇ ਵਿੱਚ, ਜਿਹਨੂੰ ਪੜ੍ਹ ਕੇ ਲੂ ਕੰਡੇ ਖੜੇ ਹੋ ਜਾਂਦੇ, ਅੱਖਾਂ ਵਿੱਚੋਂ ਅਥਰੂ ਆ ਜਾਂਦੇ ਆ। ਉਹ ਕਹਿੰਦੇ ਨੇ ਕਿ ਉਸ ਸਮੇਂ ਫੌਜ ਦੀ ਜਿਹੜੀ ਬਰਬਰਤਾ ਤੇ ਨਿਰਦੈਤਾ ਸੀ ਨਾ, ਉਹ ਵੇਖਣ ਨੂੰ ਆਈ। ਕਹਿੰਦੇ 65 ਸਾਲਾਂ ਦਾ ਬਜ਼ੁਰਗ ਪਾਣੀ ਨਾਲ ਤੜਫਦਾ ਪਿਆ, ਕਿਉਂਕਿ ਇਹਨਾਂ ਨੇ ਪਾਣੀ ਦੀ ਟੰਕੀ ਬਰਸ਼ਟ ਮਾਰ ਕੇ ਉਹ ਖਤਮ ਕਰ ਦਿੱਤਾ, ਪਾਣੀ ਅੰਦਰ ਜਿਹੜਾ ਆਉਂਦਾ ਸੀ। ਪਾਣੀ ਤੜਫਦਾ ਪਿਆ ਹੈ ਤੇ ਪਾਣੀ ਮੰਗਿਆ। ਇੱਕ ਫੌਜੀ ਕਹਿੰਦਾ ਹੈ, ਗਾਲ ਕੱਢ ਕੇ ਪਾਣੀ मांगते हो तुम तो कहते थे कि हरियाणा को पानी नहीं देंगे, राजस्थान को पानी नहीं देंगे, हम तुमको प्यासा मारेंगे। अब ਨਛੱਤਰ ਸਿੰਘ ਨਿਹਾਲ, ਉਹ ਵੀ ਬਜ਼ੁਰਗ ਅਵਸਥਾ ਦੇ ਵਿੱਚ, ਉਹ ਤੜਫਦਾ ਹੋਇਆ ਆਖਰੀ ਸਵਾਸਾਂ ਤੇ ਹੈ, ਪਾਣੀ ਉਹ ਵੀ ਮੰਗਦਾ ਪਿਆ ਹੈ। ਇੱਕ ਬੁੱਢੜੀ ਮਾਂ ਵਿਚਾਰੀ ਨੇ ਕੋਸ਼ਿਸ਼ ਕੀਤੀ ਵੀ ਪਾਣੀ ਸਰੋਵਰ ਦੇ ਵਿੱਚੋਂ ਲਿਆ ਕੇ, ਉਹਦੇ ਵਿੱਚ ਵੀ ਖੂਨ ਮਿਲਿਆ ਹੋਇਆ ਸੀ, ਲਾਸ਼ਾਂ ਸਨ ਉਹਦੇ ਵਿੱਚ ਵੀ, ਉਹ ਪਾਣੀ ਲਿਆ ਕਰਕੇ ਉਸ ਨਛੱਤਰ ਸਿੰਘ ਨਿਹਾਲ ਉਸ ਸਿੰਘ ਨੂੰ ਪਿਲਾਉਣ ਲੱਗੀ। ਬੱਟ ਮਾਰ ਕੇ ਬੁੱਢੜੀ ਨੂੰ ਬੇਹੋਸ਼ ਕਰਕੇ ਸੁੱਟ ਦਿੱਤਾ, ਪਿਆਲੀ ਤੋੜ ਦਿੱਤੀ। ਤੂੰ ਇਸ ਦੁਸ਼ਮਣ ਨੂੰ ਪਾਣੀ ਪਿਲਾਉਣੀ ਹੈ, ਆਤੰਕਵਾਦੀ ਨੂੰ ਪਾਣੀ ਪਿਲਾਉਣੀ ਹੈ। ਕਿਰਪਾਲ ਸਿੰਘ ਜੀ ਕਹਿੰਦੇ ਨੇ 31 ਬੰਦੇ ਪਿਆਸੇ ਮਰ ਗਏ ਉਸ ਦਿਨ, ਦਰਬਾਰ ਸਾਹਿਬ ਦੇ ਅੰਦਰ, ਅਕਾਲ ਤਖਤ ਸਾਹਿਬ ਦੇ ਅੰਦਰ, ਕੰਪਲੈਕਸ ਦੇ ਅੰਦਰ। ਇਸ ਨਿਰਦਈ ਫੌਜ ਨੇ 31 ਬੰਦੇ ਪਿਆਸੇ ਮਾਰੇ ਉਸ ਦਿਨ। ਕਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੰਘ ਨੂੰ ਜਿਹੜਾ ਪਾਣੀ ਪਿਲਾਉਂਦਾ ਹੈ, ਮਲਮ ਪੱਟੀ ਕਰਨ ਵਾਸਤੇ ਆਦੇਸ਼ ਦਿੰਦਾ ਹੈ। ਨਿਰਦੈਤਾ 31 ਬੰਦਿਆਂ ਦੀ ਜਾਨ ਲੈ ਲੈਂਦੀ ਹੈ ਤੇ ਦਇਆਲੂ ਗੁਰੂ ਆਪਣੇ ਸਿੰਘ ਨੂੰ, ਦੁਸ਼ਮਣ ਨੂੰ ਪਾਣੀ ਪਿਲਾਉਣ ਵਾਸਤੇ ਨਾਲ ਮਲਮ ਪੱਟੀ ਕਰਨ ਵਾਸਤੇ ਭੇਜ ਦਿੰਦਾ ਹੈ। ਇਹ ਹੈ ਫਰਕ ਦਇਆ ਤੇ ਨਿਰਦੈਤਾ ਦੇ ਵਿੱਚ। ਤੇ ਗੁਰਮੁਖੋਂ ਨਿਰਦੈਤਾ ਕਿਸੇ ਦਾ ਜੀਵਨ ਖੋਂਦੀ ਹੈ। ਉੱਥੇ ਲਾਸ਼ਾਂ ਨੂੰ ਜਦੋਂ ਸਾਫ਼ ਕਰ ਰਹੇ ਸਨ, ਹਟਾ ਰਹੇ ਸਨ ਫੌਜੀ, ਇੱਕ ਮਾਂ ਮਰੀ ਪਈ ਹੈ, ਉਹਦੇ ਛਾਤੀਆਂ ਦੇ ਉੱਤੇ ਜ਼ਖਮੀ ਬੱਚਾ 1.25 ਸਾਲ ਦਾ। ਜਦੋਂ ਉਸ ਮਾਂ ਦੀ ਲਾਸ਼ ਨੂੰ ਧੋਇਆ, ਫੌਜੀ ਨੇ ਗੁੱਸੇ ਦੇ ਨਾਲ, ਉਹ ਬੱਚਾ ਲੁੱਟ ਗਿਆ ਤੇ ਉਹ ਬੱਚਾ ਉਸ ਫੌਜੀ ਨੇ ਚਲਾ ਕੇ ਮਾਰਿਆ ਕੰਧ ਨਾਲ, ਨਾਲੇ ਪ੍ਰਾਣ ਨਿਕਲ ਗਏ। ਇੰਨੀ ਦੁਰਦਸ਼ਾ, ਇੰਨੀ ਹੈਵਾਨੀਅਤ। ਮੈਂ ਗੱਲ ਕਰ ਰਿਹਾ ਕਿ ਦਇਆ ਮਨੁੱਖ ਦੇ ਕੋਲੋਂ ਭਲਾ ਕੰਮ ਕਰਾਉਂਦੀ ਹੈ, ਦਇਆ ਜ਼ਿੰਦਗੀ ਦਿੰਦੀ ਹੈ, ਤਰਸ ਖਾਂਦੀ ਹੈ। ਨਿਰਦੈਤਾ ਜ਼ਿੰਦਗੀ ਖੋਹ ਲੈਂਦੀ ਹੈ। ਉਸ 1.5 ਸਾਲ ਦੇ ਬੱਚੇ ਨੇ ਕੀ ਵਿਗਾੜਿਆ ਸੀ ਉਸ ਫੌਜੀ ਦਾ? ਜ਼ਮੀਰ ਵਾਲਾ ਸਿੱਖ ਕਦੇ ਵੀ ਇਸ ਆਰਮੀ ਦੇ ਉੱਤੇ ਮਾਣ ਨਹੀਂ ਕਰਦਾ। ਇਹਨੇ ਸਾਡੇ ਉੱਤੇ ਜੋ ਜ਼ਖਮ ਦਿੱਤੇ ਨੇ ਸਾਨੂੰ। ਸੋ ਇੱਥੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਵਾਹਿਗੁਰੂ ਜੀ ਪੱਥਰ ਦਿਲ ਹਾਂ, ਨਿਰਦਈ ਹਾਂ, ਗੁਣ ਕੋਈ ਨਹੀਂ, ਤਾਰ ਲਓ ਸਾਨੂੰ ਗੁਰੂ ਦੇ ਨਾਲ ਜੋੜ ਕੇ। ਰਾਮ ਹਮ ਪਾਥਰ ਨਿਰਗੁਨਿਆਰੇ, ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ ਸ਼ਬਦ ਗੁਰ ਤਾਰੇ। ਕਿਰਪਾ ਕਰਕੇ ਗੁਰੂ ਮਿਲਾ, ਗੁਰੂ ਆਪਣੇ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਤਾਰ ਦੇਵੇ। ਇਹ ਨਿਰਦੈਤਾ ਜੀਵਨ ਵਿੱਚ ਦਇਆ ਨਹੀਂ, ਗੁਣ ਕੋਈ ਨਹੀਂ, ਪੱਥਰ ਬਣੇ ਆ ਤੇ ਡੁੱਬਣ ਦਾ ਖਤਰਾ ਹੈ, ਡੁੱਬੇ ਹੋਏ ਆ ਅਵਗੁਣਾਂ ਦੇ ਵਿੱਚ। ਮਾਲਕ ਜੀ ਸਾਨੂੰ ਤਾਰ ਲਓ, ਗੁਰੂ ਜੀ ਸਾਨੂੰ ਤਾਰ ਲਓ ਗੁਰੂ ਨਾਲ ਜੁੜ ਕੇ। ਤੇ ਗੁਰੂ ਤਾਰਦਾ ਹੈ ਜੀ। ਸੱਜਣ ਨੂੰ ਤਾਰਿਆ, ਭੂਮੀਏ ਨੂੰ ਤਾਰਿਆ, ਵਿਧੀ ਚੰਦ ਨੂੰ ਤਾਰਿਆ। ਪਤਾ ਨਹੀਂ ਇੱਕ ਸ਼ਾਇਰ ਕਹਿੰਦਾ ਹੈ, ਤਾਰੇ ਕਿਨੇ ਜਾਤ, ਵੀ ਆ ਜਿਹੜੇ ਅੰਬਰ ਤੇ ਤਾਰੇ ਆ ਨਾ, ਇਹ ਗਿਣੇ ਜਾ ਸਕਦੇ ਆ,
पर ਜਿਹੜੇ ਗੁਰੂ ਨਾਨਕ ਨੇ ਤਾਰ ਦਿੱਤੇ ਨਾ ਤਾਰੇ ਗਿਣੇ ਜਾਤ, ਉਹ ਨਹੀਂ ਗਿਣੇ ਜਾ ਸਕਦੇ। ਜਿਹੜੇ ਗੁਰੂ ਨਾਨਕ ਨੇ ਤਾਰੇ ਆ ਨਾ ਉਹਨਾਂ ਨੂੰ ਕੋਈ ਨਹੀਂ ਗਿਣ ਸਕਦਾ। ਤੇ ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਪਸ਼ੂ ਪਰੀਦ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੈ। ਪਸ਼ੂ ਬਿਰਤੀ, ਮੂਰਖ, ਅਗਿਆਨੀ, ਅਵਗੁਣਾਂ ਨਾਲ ਭਰੇ ਹੋਏ ਇਹਨਾਂ ਪੱਥਰ ਦਿਲਾਂ ਨੂੰ ਤੂੰ ਤਾਰ ਦਿੱਤਾ ਹੈ ਮਾਲਕ, ਮੈਨੂੰ ਵੀ ਤਾਰ। ਅੱਗੇ ਕਹਿੰਦੇ ਨੇ ਸਤਿਗੁਰ ਨਾਮ ਦਰੜਾਏ ਅਤ ਮੀਠਾ ਮੈਲਾ ਗਰ ਮਲਗਾਰੇ। ਕਹਿੰਦੇ ਸਤਿਗੁਰੂ ਪ੍ਰਭੂ ਦਾ ਨਾਮ ਦ੍ਰਿੜ ਕਰਵਾ ਜੋ ਬੜਾ ਮਿੱਠਾ ਹੈ, ਜਿਹਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਖੁਸ਼ਬੂ ਆਉਂਦੀ ਹੈ, ਉਹ ਨਾਮ ਦ੍ਰਿੜ ਕਰਵਾ। ਨਾਮੇ ਸੁਰਤ ਵਜੀ ਹੈ ਦੇ ਦਿਸ ਹਰ ਮੁਸ਼ਕੀ ਮੁਸ਼ਕ ਗੰਧਾਰੇ। ਜਦੋਂ ਨਾਮ ਜਪ ਕੇ ਸੁਰਤ ਉੱਚੀ ਹੁੰਦੀ ਹੈ ਨਾ, ਦਹਿ ਦਿਸ ਦਸੇ ਦਿਸ਼ਾਵਾਂ ਦੇ ਵਿੱਚ ਉਸ ਮਾਲਕ ਦੀ ਹੋਂਦ, ਉਹਦੀ ਖੁਸ਼ਬੂ ਦਿਖਾਈ ਦਿੰਦੀ ਹੈ। ਉਹ ਦਿਖਾਈ ਦਿੰਦਾ ਹੈ, ਵਸਦਾ ਪ੍ਰਤੀਤ ਹੁੰਦਾ ਹੈ। ਪਹਿਲਾਂ ਤੇ ਆਪਣੇ ਅੰਦਰੋਂ ਹੀ ਦਿਖਾਈ ਨਹੀਂ ਸੀ ਦਿੰਦਾ, ਹੁਣ ਆਪਣੇ ਅੰਦਰੋਂ ਵੀ ਤੇ ਬਾਹਰੋਂ ਵੀ ਦਿਖਾਈ ਉਹਦੀ ਹੋਂਦ, ਉਹਦੀ ਝਲਕ ਦਾ ਅਹਿਸਾਸ ਹੋਣ ਲੱਗ ਪਿਆ, ਉਹਦੀ ਹੋਂਦ ਦਾ ਅਹਿਸਾਸ ਹੋਣ ਲੱਗ ਪਿਆ। ਫਿਰ ਕਹਿੰਦੇ ਤੇਰੀ ਨਿਰਗੁਣ ਕਥਾ ਕਥਾ ਹੈ ਮਿੱਟੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਸਿਫਤ ਤੋਂ ਸਲਾਹ, ਤੇਰੀ ਕਥਾ ਬੜੀ ਮਿੱਠੀ ਹੈ, ਮਨ ਵਿੱਚ ਰਸ ਭਰ ਦਿੰਦੀ ਹੈ, ਜੀਵਨ ਵਿੱਚ ਆਨੰਦ ਭਰ ਦਿੰਦੀ ਹੈ। ਗੁਰ ਨੀਕੇ ਬਚਨ ਸੰਭਾਰੇ। ਕਹਿੰਦੇ ਨੇ ਗੁਰੂ ਦੇ ਰਾਹੀਂ ਤੇਰੀ ਸਿਫਤ ਤੋਂ ਸਲਾਹ ਤੇ ਉਹ ਗੁਣ ਮੈਂ ਉਹਨਾਂ ਦੀ ਸੰਭਾਲ ਕਰਦਾ ਵਾਂ। ਭਾਈ ਸਾਹਿਬ ਜੀ ਪਹੁੰਚ ਚੁੱਕੇ ਹਨ। ਪੂਰਾ ਸ਼ਬਦ ਮੈਂ ਆਪ ਜੀ ਨੂੰ ਇਹਦੀ ਵਿਆਖਿਆ ਨਹੀਂ ਕਰ ਪਾਵਾਂਗਾ, 8 ਪਦਿਆਂ ਦਾ ਸ਼ਬਦ ਹੈ, ਇੱਕੋ ਪੰਕਤੀ ਦੇ ਅਰਥ ਕਰਕੇ ਸਮਾਪਤੀ ਕਰਾਂ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਕਹਿੰਦੇ ਗਾਉਂਦਿਆਂ ਗਾਉਂਦਿਆਂ ਜਿਨ੍ਹਾਂ ਨੇ ਗੁਣ ਗਾਏ, ਉਹ ਗਾਉਂਦੇ ਗਾਉਂਦੇ ਗੁਰੂ ਉਹਨਾਂ ਨੂੰ ਭਵਜਲ ਸਾਗਰ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ। ਜਿਨ੍ਹਾਂ ਨੇ ਗੁਣ ਗਾਏ, ਗੁਣ ਜਪੇ, ਗੁਣ ਗਾਣ ਵਾਲੇ ਇਸ ਭਵਜਲ ਸਾਗਰ ਦੇ ਵਿੱਚੋਂ ਪਾਰ ਹੋ ਗਏ, ਉਹਨਾਂ ਨੂੰ ਡੁੱਬਣ ਨਹੀਂ ਦਿੱਤਾ ਗੁਰੂ ਨੇ, ਪਰਮੇਸ਼ਰ ਦੇ ਨਾਮ ਨੇ। ਸੋ 2 ਬੰਦਾਂ ਤੱਕ ਇਹਦੀ ਵਿਚਾਰ ਹੋਈ ਹੈ। ਅਰਦਾਸ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਨੂੰ ਪੱਥਰ ਦਿਲਾਂ ਨੂੰ, ਜਿਨ੍ਹਾਂ ਦੇ ਅੰਦਰ ਗੁਣ ਕੋਈ ਨਹੀਂ, ਗੁਰੂ ਨਾਲ ਜੋੜ ਕੇ, ਸ਼ਬਦ ਨਾਲ ਜੋੜ ਕੇ ਸਾਨੂੰ ਤਾਰ ਲਾ। ਸੋ ਆਪਾਂ ਵੀ ਇਹੀ ਬੇਨਤੀ ਕਰੀਏ, ਸਾਡੇ ਅੰਦਰ ਵੀ ਅਵਗੁਣ ਨੇ, ਦਇਆ ਨਹੀਂ, ਤਰਸ ਨਹੀਂ, ਨਿਰਦੈਤਾ ਹੈ। ਕਦੇ ਕਦੇ ਉਹਦੀ ਝਲਕ ਸਾਡੇ ਕੰਮਾਂ ਵਿੱਚੋਂ, ਸਾਡੇ ਜੀਵਨ ਵਿੱਚੋਂ ਵੇਖਣ ਨੂੰ ਮਿਲਦੀ ਹੈ। ਕਠੋਰ ਹਿਰਦਾ ਸਾਡੀ ਭਾਸ਼ਾ, ਸਾਡੇ ਜੀਵਨ ਵਿੱਚੋਂ, ਕਰਮਾਂ ਵਿੱਚੋਂ ਵੇਖਣ ਨੂੰ ਮਿਲਦਾ ਹੈ। ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਸ ਕਠੋਰਪਨ ਨੂੰ ਆਪਣੇ ਜੀਵਨ ਵਿੱਚੋਂ ਦੂਰ ਕਰ ਲਈਏ। ਸੋ ਇਤਨੀ ਬੇਨਤੀ ਪ੍ਰਵਾਨ ਕਰਨੀ, ਭੁੱਲ ਗਲਤੀ ਦੀ ਖੇਮਾ ਪ੍ਰਵਾਨੋ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ,